श्री कृष्ण गोविंद हरे मुरारे। हे नाथ नारायण वासुदेव। श्री कृष्ण गोविंद हरे मुरारे। हे नाथ नारायण वासुदेव। हरे कृष्ण 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 हरे कृष्ण। हर जी आए, हर जी आए, हर जी आए, हर जी आए। छड़ सिंहासन हर जी आए, छड़ सिंहासन हर जी आए, छड़ सिंहासन हर जी आए। हर जी आए, छड़ सिंहासन हर जी आए। नारायण श्री नारायण। छड़ सिंहासन हर जी आए। कौन आए? हर आना, हरि आना, हर आना, हरि आना। हाँ, हर जी आए, हरि आना, हर आना। आप जी कहण दा भाव, आप जी जो बुद्धि विवेक धर्म के प्रति जो बुद्धि विवेक रखने वाले लोग, ज्ञानी सज्जन, वो समझ के होने कहण दा भाव दसदा की है। हर जी आए, हर आना, हरि आना। एक बहुत ही अनमोल विचार लैके आप जी दे सामने उपस्थित होया। बहुत ही अनमोल विचार। आप जी सारे ही कथावाचक विद्वानां नूं बेनती है, चाहे वो कोई भी कथावाचक विद्वान सनातन धर्म दा होवे, कोई भी कथावाचक विद्वान सिख धर्म दा होवे, ये दोनों धर्मां दे जिहड़े भी ज्ञानी सज्जन कथावाचक विद्वान होर बुद्धि विवेक अपने अपने धर्म के प्रति बुद्धि विवेक रखने वाले, वो सारिਆਂ अगे दास दी हथ जोड़ के बेनती है भी आप जी एक बार दास का ये जिहड़ा विचार है सारा विचार एक बार सुनो और उस तो बाद अपने अपने विचार जरूर तो जरूर दिओ। बेनती आप जी सारिਆਂ दे चरनां विच पहला ये सारा विचार सुनो, इनू समझो, गुरबाणी ते इतिहास की कसौटी ते उतार के देखो ते फिर अपना अपना विचार। सास की बेनती है भी आप जी इनू गहराई नाल विचार करो ते देखो भी चल की रहा संसार दे विच। सो अज आपां विचार करांगे एक कथावाचक जियां दे। उन्हां दा नाम है हरजीत सिंह डपाली। उन्हां दे बारे आपां विचार करांगे। उन्हां दा जिहड़ा झूठ, जिहड़ा उन्हां दा झूठ दा प्रचार है, आपां उहदे बारे अज विचार करांगे। ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਬਦਾਵਾ ਦੇਣ ਵਾਲਿਆਂ ਵਿੱਚ ਬੰਦੇ ਤੇਰਾ ਨਾਮ ਲਿਖਿਆ ਜਾਂਦਾ ਹੈ। ਸਾਡਾ ਵੀ ਸੰਬੰਧ ਹੈ ਸ਼ਿਵ ਜੀ ਨਾਲ।
ਸਾਡਾ ਕੀ ਸੰਬੰਧ ਹੈ ਇਹਨਾਂ ਦੇਵਤੇ ਨਾਲ? ਖਿਮਾ ਕਰਿਓ। ਬੜੇ ਤਰੀਕੇ ਨਾਲ ਪੇਪਰ ਨੇ, ਪੁਜਾਰੀ ਨੇ ਇਹਨਾਂ ਗੰਦੇ ਲੋਕਾਂ ਨੂੰ ਪ੍ਰਮੋਟ ਕੀਤਾ। ਹਣੇ ਤੱਕ ਸਾਨੂੰ ਗੱਡੀ 'ਚ ਬੈਠੇ ਨੂੰ ਸੁਣਾ ਦੇ ਬ੍ਰਹਮਾ ਦੀ ਕਥਾ, ਤੇ ਮੈਂ ਕਹਾਂ ਭਰਾਵਾ ਵੀ ਇੰਨਾ ਬੇਸ਼ਰਮ ਨਹੀਂ ਹੈਗਾ ਮੈਂ, ਵੀ ਕਮਾਲ ਆ ਯਾਰ, ਮੈਂ ਤੁਹਾਡੇ ਨਾਲ ਗੱਡੀ 'ਚ ਬਹਿ ਕੇ ਏਦਾਂ ਦੀਆਂ ਘਟੀਆਂ ਗੱਲਾਂ ਕਰੂੰਗਾ? ਵੀ ਇਹਨਾਂ ਲੋਕਾਂ ਬਾਰੇ ਜਿਨ੍ਹਾਂ ਨੂੰ ਪੁਜਾਰੀ ਨੇ ਦੇਵਤੇ ਬਣਾ ਕੇ ਪੇਸ਼ ਕੀਤਾ, ਕੋਈ ਬ੍ਰਹਮਾ, ਕੋਈ ਮਹਾਦੇਵ, ਕੋਈ ਇੰਦਰ, ਇਹ ਕੀ ਗੰਦੇ ਬੰਦੇ ਹੈ। ਇਹਨਾਂ ਕੀ ਸੁਣਾਓਗੇ ਜੀ ਤੁਸੀਂ? ਦੀ ਬਾਣੀ ਪੜ੍ਹਦੇ ਆ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿਨ੍ਹਾਂ ਲੋਕਾਂ ਨੂੰ ਗੰਦੇ ਆਖਿਆ, ਇਹਦਾ ਮਤਲਬ ਗੰਦੇ ਹੋਣਗੇ ਨਾ ਜੀ? ਦੱਸੋ ਮੈਨੂੰ ਸਾਰੇ ਵੀਰ ਬੋਲ ਕੇ। ਭੈਣੋ, ਜਿਨ੍ਹਾਂ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਆਖਿਆ ਵੀ ਇਹ ਗੰਦੇ ਹੈ, ਉਹ ਗੰਦੇ ਹੀ ਹੋਣਗੇ ਨਾ? ਐਵੇਂ ਤਾਂ ਹੁਣ ਮਹਾਰਾਜ ਸੱਚੇ ਪਾਤਸ਼ਾਹ ਨੂੰ ਹੀ ਥੋੜ੍ਹੀ ਕਹਿਤਾ, ਉਹ ਤਾਂ ਕਹਿੰਦਾ ਲਿਖਾ ਵਸਣਾ। ਹੁਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇਹਨਾਂ ਨੂੰ ਗੰਦੇ ਆਖਿਆ। ਬ੍ਰਹਮਾ ਮੈਲਾ, ਮੈਲਾ ਹੈ ਇੰਦਰ, ਮੈਲੇ ਦਾ ਅਰਥ ਗੰਦੇ। ਸਤਿਗੁਰੂ ਕਹਿੰਦੇ ਬ੍ਰਹਮਾ ਵਰਗੇ, ਇੰਦਰ ਵਰਗੇ ਗੰਦੇ ਸੀ, ਇਹਨਾਂ ਨੂੰ ਲੋਕਾਂ ਨੇ ਦੇਵਤੇ ਬਣਾ ਕੇ ਪ੍ਰਮੋਟ ਕੀਤਾ ਪੁਜਾਰੀ ਨੇ। ਹੁਣ ਤੁਹਾਨੂੰ ਦੱਸੋ, ਜਿਹੜਾ ਇਨਸਾਨ ਆਪਦੀ ਧੀ ਦੀ ਇੱਜ਼ਤ ਨੂੰ ਹੱਥ ਪਾਲੇ, ਉਹਨੂੰ ਤੁਸੀਂ ਦੇਵਤਾ ਮੰਨੋਗੇ? ਦੱਸੋ ਸਾਰੇ ਭਰਾ ਬੋਲ ਕੇ। ਭੈਣੋ, ਜਿਹੜਾ ਪਿਓ ਆਪਦੀ ਧੀ ਦੀ ਇੱਜ਼ਤ ਨੂੰ ਹੱਥ ਪਾਲੇ, ਉਹਨੂੰ ਤੁਸੀਂ ਦੇਵਤਾ ਮੰਨੋਗੇ? ਫਿਰ ਉਹਨੂੰ ਮੱਥਾ ਟੇਕਣਾ ਚਾਹੀਦਾ, ਉਹਦੀ ਫੋਟੋ ਘਰੇ ਲਾਉਣੀ ਚਾਹੀਦੀ, ਉਹਦਾ ਨਾਮ ਲੈ ਕੇ ਉਹਨੂੰ ਦੇਵਤਾ ਕਹਿਣਾ ਚਾਹੀਦਾ? ਤੇ ਹੁਣ ਬ੍ਰਹਮਾ ਦੀ ਕਰਤੂਤ ਕੀ ਸੀ? ਬ੍ਰਹਮਾ ਨੇ ਆਪਦੀ ਧੀ ਦੀ ਇੱਜ਼ਤ ਨੂੰ ਹੱਥ ਪਾ ਲਿਆ ਸੀ। ਆਹ ਲੈ ਇਹਨਾਂ ਦੀਆਂ ਕਰਤੂਤਾਂ, ਇਹ ਸੜ ਜਾਣੀ ਚਾਹੀਦੀ ਹੈ ਜ਼ੁਬਾਨ ਉਹਨਾਂ ਲੋਕਾਂ ਦੀ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬਹਿ ਕੇ ਕਹਿੰਦੇ ਵੀ ਬ੍ਰਹਮਾ ਦੇਵਤਾ ਹੈ। ਵੀ ਜੇ ਆਪਦੀ ਧੀ ਦੀ ਇੱਜ਼ਤ ਨੂੰ ਹੱਥ ਪਾਉਣ ਵਾਲਾ ਦੇਵਤਾ ਹੈ, ਮੈਨੂੰ ਇਹ ਤਾਂ ਦੱਸ ਦਿਓ ਮਸਟੰਡਾ ਕੌਣ ਆ ਫਿਰ? ਵੀ ਸਰੋਵਰ ਦੇ ਵਿੱਚ ਸਾਡੀਆਂ ਮਾਵਾਂ ਭੈਣਾਂ ਨਹਾਉਂਦੀਆਂ, ਸੋਚੋ, ਧਿਆਨ ਨਾਲ ਸੁਣਿਓ। ਬੇਨਤੀ ਹੈ, ਹੁਣ ਦੇਖਿਓ, ਹੁਣ ਇਹ ਕ੍ਰਿਸ਼ਨ ਭਗਵਾਨ ਜੀਆਂ ਬਾਰੇ ਇਹਨਾਂ ਨੇ ਸ਼ੁਰੂ ਕੀਤੀ ਕਥਾ। ਗਹਿਰਾਈ ਨਾਲ ਵਿਚਾਰ ਕਰਿਓ ਸੰਗਤ ਜੀ, ਗਹਿਰਾਈ ਨਾਲ ਵਿਚਾਰ ਕਰਿਓ। ਦਰਖਤ ਤੇ ਚੜ੍ਹ ਜੇ, ਸਾਡੀਆਂ ਮਾਵਾਂ ਭੈਣਾਂ ਨਹਾ ਰਹੀਆਂ ਸਰੋਵਰ 'ਚ, ਸਾਡੀਆਂ ਮਾਵਾਂ ਭੈਣਾਂ ਦੇ ਕੱਪੜੇ ਚੱਕ ਕੇ ਉਹ ਬੰਦਾ ਸਰੋਵਰ ਤੋਂ ਦੀ ਕੰਧ ਤੋਂ ਕੱਪੜੇ ਚੱਕ ਕੇ ਦਰਖਤ ਤੇ ਚੜ੍ਹ ਜੇ, ਤੇ ਦਰਖਤ ਤੇ ਚੜ੍ਹ ਕੇ ਕਹੇ ਵੀ ਤੁਸੀਂ ਇਸੇ ਤਰ੍ਹਾਂ ਜਿਵੇਂ ਹੈਗੇ ਹੋ ਇਸੇ ਤਰ੍ਹਾਂ ਬਾਹਰ ਨਿਕਲੋ, ਮੈਂ ਤਾਂ ਤੁਹਾਡੇ ਕੱਪੜੇ, ਤਾਂ ਤੁਹਾਡੇ ਵਸਤਰ ਵਾਪਸ ਦੇਵਾਂਗਾ, ਮੈਂ ਪਹਿਲਾਂ ਇਸੇ ਤਰ੍ਹਾਂ ਤੁਹਾਨੂੰ ਵੇਖਣਾ ਚਾਹੁੰਦਾ, ਤੁਸੀਂ ਬਾਹਰ ਨਿਕਲੋ ਸਰੋਵਰ ਦੇ ਵਿੱਚੋਂ। ਹੁਣ ਜਿਹੜੇ ਬੰਦੇ ਨੇ ਏਦਾਂ ਦੀ ਹਰਕਤ ਕੀਤੀ, ਧੀਆਂ ਭੈਣਾਂ ਦੇ ਕੱਪੜੇ ਚੱਕ ਲਏ, ਉਹਨਾਂ ਨੂੰ ਜਲੀਲ ਕਰੇ ਕਿ ਆਪਾਂ ਸਾਰੇ ਬੰਦੇ ਉਸ ਬੰਦੇ ਦੀਆਂ ਵੱਡੀਆਂ ਵੱਡੀਆਂ ਫੋਟੋਆਂ ਬਣਾ ਕੇ ਆਪਦੇ ਘਰੇ ਲਾ ਕੇ ਪੂਜਾ ਕਰਾਂਗੇ? ਕੀ ਆਪਾਂ ਕਹਾਂਗੇ ਵੀ ਧੰਨ ਭਾਗ ਸਾਡੇ ਵੀ ਇਹੋ ਜਿਹਾ ਅਵਤਾਰ ਸਾਡੇ ਪਿੰਡ 'ਚ ਪੈਦਾ ਹੋਇਆ? ਕਹਾਂਗੇ? ਪਰ ਇੱਥੇ ਘਟੀਆ ਕਿਸਮ ਦੇ ਪੁਜਾਰੀ ਲੋਕਾਂ ਨੇ ਇਹਨਾਂ ਮਸਟੰਡਿਆਂ ਨੂੰ ਭਗਵਾਨ ਬਣਾ ਕੇ ਪੇਸ਼ ਕੀਤਾ। ਕਹਿੰਦੇ ਗੋਪੀਆਂ ਇਸ਼ਨਾਨ ਕਰ ਰਹੀਆਂ ਸੀ, ਉਹ ਆਇਆ, ਉਹਨੇ ਆ ਕੇ ਗੋਪੀਆਂ ਦੇ ਕੱਪੜੇ ਚੱਕ ਲਏ ਤੇ ਚੱਕ ਕੇ ਦਰਖਤ ਤੇ ਚੜ੍ਹ ਗਿਆ ਤੇ ਬੰਸਰੀ ਵਜਾਉਣ ਲੱਗ ਗਿਆ। ਕਹਿੰਦਾ ਤੁਸੀਂ ਇਸੇ ਤਰ੍ਹਾਂ ਨਿਰਵਸਤਰ ਹੋਈਆਂ ਵੀਆਂ ਬਾਹਰ ਨਿਕਲੋ, ਮੈਂ ਤੁਹਾਨੂੰ ਵੇਖੂੰਗਾ, ਫਿਰ ਤੁਹਾਡੇ ਕੱਪੜੇ ਦੇਊਂਗਾ। ਵੀ ਉਹਦੇ ਗਲਾਮੇ 'ਚ ਹੱਥ ਪਾ ਕੇ ਉਹਦੇ ਜਾਬਾਂ ਤੇ ਲਾਉਂਦੇ ਚਾਰ ਚਾਰ ਮੁੱਕੀਆਂ, ਬੰਸਰੀ ਵਜਾਉਂਦਾ ਕਿ ਜੀ ਜਾਣਦਾ ਉਹ ਲਗਾੜੇ ਦਾ। ਹੁਣ ਤੁਸੀਂ ਦੱਸੋ ਭੈਣੋ, ਇਹੋ ਜਿਹਾ ਗੁੰਡਾ ਬੰਦਾ ਭਗਵਾਨ ਦਾ ਅਵਤਾਰ ਹੋ ਸਕਦਾ? ਲੋਕਾਂ ਦੀਆਂ ਧੀਆਂ ਭੈਣਾਂ ਨਹਾਉਂਦੀਆਂ, ਉਹਨਾਂ ਨਹਾਉਂਦੀਆਂ ਧੀਆਂ ਭੈਣਾਂ ਦੇ ਕੱਪੜੇ ਚੱਕਣ ਵਾਲਾ ਮਸਟੰਡਾ ਦਾ ਹੋ ਸਕਦਾ ਹੈ, ਗੁੰਡਾ ਦਾ ਹੋ ਸਕਦਾ ਹੈ, ਘਟੀਆ ਦਾ ਹੋ ਸਕਦਾ, ਭਗਵਾਨ ਕਿਵੇਂ ਹੋ ਜੂ? ਤੁਹਾਡਾ ਜੀ ਕਰਦਾ ਹੁਣ ਭਗਵਾਨ ਕਹਿਣ ਨੂੰ ਇਹੋ ਜਿਹੇ ਮਸਟੰਡਿਆਂ ਨੂੰ, ਬੰਸਰੀ ਵਜਾਉਣ ਵਾਲਿਆਂ ਨੂੰ, ਜਿਹੜੇ ਗੰਦ ਪਾਇਆ ਸੀ ਨਾ? ਸੋਚ ਕੇ ਵੇਖੋ। ਪਰ ਇਹੋ ਜਿਹੇ ਲੋਕਾਂ ਦੀਆਂ ਫੋਟੋਆਂ ਜਿਹੜੇ ਲੋਕ ਦੁਕਾਨਾਂ ਤੇ ਲਾਈ ਬੈਠੇ ਆ, ਜਿਹੜੇ ਲੋਕ ਆਪਣੇ ਘਰਾਂ 'ਚ ਲਾਈ ਬੈਠੇ ਆ, ਉਹਨਾਂ ਦੇ ਘਰਾਂ 'ਚ ਵੀ ਧੀਆਂ ਭੈਣਾਂ ਹੋਣਗੀਆਂ, ਧੀਆਂ ਭੈਣਾਂ ਪੜ੍ਹਦੀਆਂ ਹੋਣਗੀਆਂ। ਵੀ ਜਿਹੜੇ ਪਿਓ, ਜਿਹੜੀ ਆ ਫੋਟੋ ਜੀ ਨੂੰ ਤੜਕੇ ਉੱਠ ਕੇ ਮੇਰਾ ਪਿਓ ਧੂਫ ਕਰੀ ਜਾਂਦਾ, ਮੇਰਾ ਪਿਓ ਵੀ ਇਹੋ ਜਿਹੀ ਹੋਣਾ। ਇਹ ਘਟੀਆ ਬੰਦੇ ਦੀਆਂ ਫੋਟੋਆਂ ਨੂੰ ਧੂਫ ਦੇਈ ਜਾਂਦਾ, ਇਹ ਲਗਾੜਾ, ਇਹ ਚਗਲ ਬੰਦੇ ਨੂੰ ਘਰੇ ਲਾਇਆ ਇੱਥੇ। ਪਰ ਸੋਚ ਕੇ ਵੇਖੋ, ਇੱਥੇ ਭਗਵਾਨ ਕਿਹਾ ਜਾਂਦਾ, ਇਹਨਾਂ ਨੂੰ ਹੈ ਕੋਈ ਸ਼ਰਮ, ਹੈ ਕੋਈ ਅਕਲ? ਵੀ ਇਹੋ ਜਿਹੇ ਭਗਵਾਨ ਹੈ, ਸ਼ੈਤਾਨ ਕੌਣ ਹੈ, ਸੋਚੋ ਤਾਂ ਸਹੀ। ਇਸ ਲਈ ਇਹਨਾਂ ਨਾਲ ਸਾਡਾ ਕੋਈ ਸੰਬੰਧ ਨਹੀਂ ਹੈ। ਇਹ ਬੜੇ ਤਰੀਕੇ ਨਾਲ ਸਾਡੇ ਦਿਮਾਗ 'ਚ ਵੜੀਆਂ ਗਈਆਂ ਇਹ ਗੱਲਾਂ।
ਨਾਰਾਇਣ ਸ਼੍ਰੀ ਨਾਰਾਇਣ ਨਾਰਾਇਣ। ਆਪ ਜੀ ਸਾਰਿਆਂ ਨੇ ਇਹਨਾਂ ਬਾਬਾ ਜੀ ਦੀ ਕਥਾ ਸਰਵਣ ਕੀਤੀ। शिव जी ब्रह्मा ते इंद्र ਉਹਨਾਂ ਨੂੰ ਆਪਾਂ ਸਾਈਡ ਤੇ ਕਰ ਦਈਏ, ਆਪਣਾ ਵਿਚਾਰ ਉਹਨਾਂ ਦਾ ਨਹੀਂ ਹੈਗਾ। ਅੱਗੇ ਫਿਰ ਇਹ ਕਥਾ ਕਰਦੇ ਕਰਦੇ ਅੱਗੇ ਫਿਰ ਇਹਨਾਂ ਨੇ ਕਥਾ ਸ਼ੁਰੂ ਕੀਤੀ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ। ਕਿਹਦੀ ਕਥਾ ਸ਼ੁਰੂ ਕੀਤੀ? ਇਹਨਾਂ ਨੇ ਕਥਾ ਸ਼ੁਰੂ ਕੀਤੀ ਫਿਰ ਭਗਵਾਨ ਸ਼੍ਰੀ ਕ੍ਰਿਸ਼ਨ ਜੀਆਂ ਦੀ। ਹਰ ਜੀ ਆਏ ਕਿਹਦੀ ਕਥਾ ਸ਼ੁਰੂ ਕੀਤੀ? ਛੱਡ ਸਿੰਘਾਸਨ ਹਰ ਜੀ ਆਏ। ਆਹਾ, ਹਰ ਜੀ ਦੀ ਕਥਾ ਸ਼ੁਰੂ ਕੀਤੀ। ਹਰ ਜੀ ਨੂੰ ਕੀ ਕਹਿ ਰਹੇ ਨੇ? ਹਰ ਜੀ ਨੂੰ ਗੁੰਡਾ ਕਹਿ ਰਹੇ ਨੇ। ਹਰੀ ਨੂੰ ਗੁੰਡਾ, ਬਦਮਾਸ਼, ਲੁੱਚਾ, ਲੰਗਾੜਾ, ਚਵੜ, ਮਸਟੰਡਾ, ਘਟੀਆ, ਸ਼ੈਤਾਨ। ਤੇ ਉਹਨਾਂ ਦੀ ਬਾਂਸਰੀ ਪਕੜ ਕੇ, ਬਾਂਸਰੀ ਖੋ ਕੇ, ਮੁੱਕਾ ਮਾਰ ਕੇ ਉਹਨਾਂ ਦਾ ਮੂੰਹ ਤੋੜ ਦੇਣਾ ਚਾਹੀਦਾ ਹੈ, ਇਹ ਕਹਿ ਰਹੇ ਨੇ। ਵਾਹ, ਨਾਰਾਇਣ ਨਾਰਾਇਣ ਨਾਰਾਇਣ। ਵਾਹ ਬਾਬਾ ਜੀ, ਵਾਹ वाह, क्या बात है। अज्ञानता दी सीमा हुंदी है, एक अज्ञानता दी एक हद हुंदी है, एक सीमा हुंदी है, लेकिन आप जी अज्ञानता दी वो सीमा भी पार कर गए। गुरु ग्रंथ साहब दी बाणी ते इतिहास दी कसोटी ते आप दे जिहड़े ये शब्द ने, हर जी वास्ते जिहड़े आप जी ने शब्द ये उच्चारण करे ने बाबा जी, ये बिल्कुल आप जी दी अपने मन दी उपज है। मन दी उपज आप जी दे अपने मन दी उपज है। ਇਹਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਇਤਿਹਾਸ ਦੇ ਨਾਲ ਇਹਦਾ ਕੋਈ ਸੰਬੰਧ ਨਹੀਂ ਹੈਗਾ। ਇਹ ਜਿਹੜੇ ਸ਼ਬਦ ਆਪਨੇ ਉਚਾਰਨ ਕਰੇ ਨੇ ਨਾ, ਇਹਨਾਂ ਸ਼ਬਦਾਂ ਦਾ ਕੋਈ ਸੰਬੰਧ ਨਹੀਂ ਹੈਗਾ। ਕਿਸ ਤਰ੍ਹਾਂ ਨਹੀਂ ਹੈਗਾ? ਹੁਣ ਆਓ ਆਪਾਂ ਵਿਚਾਰ ਕਰਾਂਗੇ ਇਹਦੇ ਤੇ, ਔਰ ਖੁੱਲ ਕੇ ਵਿਚਾਰ ਕਰਾਂਗੇ, ਬਿਲਕੁਲ ਖੁੱਲ ਕੇ ਵਿਚਾਰ ਹੋਣਗੇ। ਤੇ ਦਾਸ ਦੀ ਬੇਨਤੀ ਹੈ ਹਰੇਕ ਕਥਾਵਾਚਕ ਵਿਦਵਾਨ ਨੂੰ ਵੀ ਆਪ ਜੀ ਬਿਲਕੁਲ ਇਸ ਨੂੰ ਗਹਿਰਾਈ ਨਾਲ ਵਿਚਾਰ ਕਰੋ ਤੇ ਇਸ ਦੇ ਬਾਰੇ ਆਪਣਾ ਆਪਣਾ ਵਿਚਾਰ ਜ਼ਰੂਰ ਦਾਸ ਨੂੰ ਭੇਜੋ, ਵੀ ਦੱਸੋ ਵੀ ਦਾਸ ਜੋ ਇਹਨਾਂ ਨੂੰ ਪ੍ਰਮਾਣ ਦੇ ਕੇ ਹੁਣ ਇਹ ਸਾਬਿਤ ਕਰੇਗਾ ਵੀ ਇਹ ਕਿਸ ਤਰ੍ਹਾਂ ਝੂਠ ਦਾ ਪ੍ਰਚਾਰ ਕਰ ਰਹੇ ਨੇ। ਇਹ ਬਿਲਕੁਲ ਝੂਠ ਦਾ ਪ੍ਰਚਾਰ ਸੰਗਤ ਦੇ ਵਿੱਚ ਬਿਲਕੁਲ ਮਿੱਥਿਆ ਪ੍ਰਚਾਰ ਕਰ ਰਹੇ ਨੇ, ਕਾਲਪਨਿਕ ਪ੍ਰਚਾਰ ਕਰ ਰਹੇ ਨੇ, ਮਨ ਘੜਤ ਪ੍ਰਚਾਰ ਕਰ ਰਹੇ ਨੇ, ਝੂਠਾ ਪ੍ਰਚਾਰ ਹੋ ਰਿਹਾ ਹੈ। ਸੰਗਤ ਜੀ ਆਪ ਜੀ ਖੁਦ ਵਿਚਾਰ ਕਰੋ। ਹੁਣ ਜਿਹੜੀ ਇਹਨਾਂ ਨੇ ਸਾਖੀ ਸੁਣਾਈ ਗੋਪੀਆਂ ਵਾਲੀ, ਠੀਕ ਹੈ, ਗੋਪੀਆਂ ਦਾ ਗੁਰਬਾਣੀ ਦੇ ਵਿੱਚ ਕੁਝ ਥਾਵਾਂ ਤੇ ਉਹਨਾਂ ਦਾ ਨਾਮ ਆਉਂਦਾ ਹੈ। ਹੁਣ ਇਹਨਾਂ ਨੂੰ ਬਾਬਾ ਜੀਆਂ ਨੂੰ ਦਾਸ ਦੀ ਇੱਕ ਬੇਨਤੀ ਹੈ, ਇਹਨਾਂ ਨੂੰ ਇੱਕ ਸਵਾਲ ਹੈ, ਇਹਨਾਂ ਨੂੰ ਕਿਰਪਾ ਕਰਕੇ ਇਹ ਕਥਾਵਾਚਕ ਜੀਆਂ ਨੂੰ ਸਵਾਲ ਹੈ, ਬੇਨਤੀ ਹੈ, ਨਾਲੇ ਹੋਰ ਵੀ ਜਿਹੜੇ ਇਹਨਾਂ ਦੇ ਸਮਰਥਕ ਨੇ, ਜਿਹੜੇ ਇਹਨਾਂ ਦੇ ਨਾਲ ਹਾਮੀ ਭਰਦੇ ਨੇ ਇਸ ਕਥਾ ਦੇ ਵਿੱਚ, ਜਿੰਨੇ ਵੀ ਕਥਾਵਾਚਕ ਹੋਰ ਵਿਦਵਾਨ ਇਹਨਾਂ ਬਾਬਾ ਜੀਆਂ ਦੀ ਕਥਾ ਦੇ ਨਾਲ ਸਹਿਮਤ ਹਨ, ਉਹਨਾਂ ਸਾਰੇ ਕਥਾਵਾਚਕਾਂ ਨੂੰ ਦਾਸ ਦਾ ਇੱਕ ਸਵਾਲ ਹੈ, ਇੱਕ ਵਿਚਾਰ ਹੈ। ਕਿਰਪਾ ਕਰਕੇ ਆਪ ਜੀ ਸਾਰੇ ਵਿਦਵਾਨ ਇਹ ਦੱਸੋ ਕਿ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨ ਬਾਣੀ ਦੇ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਜੀਆਂ ਨੂੰ ਗੁੰਡਾ ਕਿੱਥੇ ਕਿਹਾ ਗਿਆ ਹੈ? ਕਿਹੜੇ ਸ਼ਬਦ ਹੈ ਉਹ, ਕਿਹੜਾ ਅੰਗ ਹੈ
ਕਿਹੜੇ ਗੁਰੂ ਸਾਹਿਬਾਨ ਜੀਆਂ ਦੀ ਬਾਣੀ ਹੈ, ਕਿਹੜੇ ਭਗਤ ਸਾਹਿਬਾਨ ਜੀਆਂ ਦੀ ਬਾਣੀ ਹੈ, ਕਿਹੜੇ ਭੱਟ ਸਾਹਿਬਾਨ ਜੀਆਂ ਦੀ ਬਾਣੀ ਹੈ, ਕਿਹੜੇ ਗੁਰਸਿੱਖ ਦੀ ਉਹ ਬਾਣੀ ਹੈ? ਆਪ ਜੀ ਦੱਸੋ ਵੀ। ਸੰਪੂਰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਉਹਨਾਂ ਨੂੰ ਕਿਹੜੇ ਅੰਗ ਤੇ ਲਿਖਿਆ ਵੀ ਕ੍ਰਿਸ਼ਨ ਭਗਵਾਨ ਜੀਆਂ ਨੂੰ, ਹਰ ਜੀ ਨੂੰ ਛੱਡ ਸਿੰਘਾਸਨ ਹਰ ਜੀ ਆਏ। ਹਰੀ ਹਰੇਕ ਯੁੱਗ ਦੇ ਵਿੱਚ ਆਏ ਨੇ। ਦਾਸ ਜਦੋਂ ਪੂਰਾ ਹਰੀ ਦਾ ਜਦੋਂ ਪੂਰਾ ਉਹਨਾਂ ਦਾ ਇਤਿਹਾਸ ਆਪ ਜੀ ਦੇ ਚਰਨਾਂ ਦੇ ਵਿੱਚ ਰੱਖੇਗਾ ਨਹੀਂ, ਇੱਕ ਇੱਕ ਭਗਤ ਦੀ ਜਦੋਂ ਕਥਾ ਆਪ ਜੀ ਸਰਵਣ ਕਰੋਗੇ ਤਾਂ ਐਸੇ ਅਨੇਕ ਕਥਾਵਾਚਕ ਵਿਦਵਾਨ, ਉਹਨਾਂ ਦਾ ਝੂਠ, ਉਹਨਾਂ ਦਾ ਮਨ ਘੜਤ ਪ੍ਰਚਾਰ ਜਿਹੜਾ ਪੰਥ ਦੇ ਵਿੱਚ ਹੋ ਰਿਹਾ, ਉਹ ਸਾਰਾ ਆਪ ਜੀ ਦੇ ਸਾਹਮਣੇ ਆਏਗਾ। ਕਿਉਂਕਿ ਇਹ ਇੱਕ ਇਕੱਲੇ ਕਥਾਵਾਚਕ ਜੀ ਨਹੀਂ ਹੈਗੇ ਜਿਹੜੇ ਇਸ ਤਰ੍ਹਾਂ ਕਰ ਰਹੇ ਨੇ। ਮਨ ਘੜਤ ਤੇ ਝੂਠਾ ਪ੍ਰਚਾਰ ਜਿਹੜਾ ਕਰ ਰਹੇ ਨੇ, ਇਹ ਇਕੱਲੇ ਨਹੀਂ ਹੈਗੇ, ਅਨੇਕ ਕਥਾਵਾਚਕ ਨੇ। ਹੁਣ ਦਾਸ ਦਾ ਆਪ ਜੀ ਸਾਰਿਆਂ ਦੇ ਅੱਗੇ ਇਹ ਸਵਾਲ ਹੈ, ਆਪ ਜੀ ਦੱਸੋ ਵੀ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨ ਬਾਣੀ ਦੇ ਵਿੱਚ, ਕਿਸ ਦੀ ਬਾਣੀ ਦੇ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਜੀਆਂ ਨੂੰ ਗੁੰਡਾ, ਬਦਮਾਸ਼, ਲੁੱਚਾ, ਲੰਗਾੜਾ, ਮਸਟੰਡਾ, ਚਵੜ, ਘਟੀਆ ਇਨਸਾਨ, ਸ਼ੈਤਾਨ ਔਰ ਉਹਨਾਂ ਦੀ ਬਾਂਸਰੀ ਖੋ ਕੇ, ਮੁੱਕਾ ਮਾਰ ਕੇ ਉਹਨਾਂ ਦਾ ਮੂੰਹ ਤੋੜ ਦੇਣਾ ਚਾਹੀਦਾ? ਇਹ ਸਾਰੇ ਜਿਹੜੇ ਇਹਨਾਂ ਨੇ ਇਹ ਸਾਰੇ ਜਿਹੜੇ ਅਪਸ਼ਬਦ ਜਿਹੜੇ ਹਰ ਜੀ ਨੂੰ ਕਹੇ ਨੇ, ਕਿੱਥੇ ਲਿਖੇ ਹੋਏ ਨੇ? ਇਹ ਸਾਰੀਆਂ ਗਾਲਾਂ ਜਿਹੜੀਆਂ ਨੇ, ਇਹ ਸਾਰੀ ਅਗਿਆਨਤਾ ਜਿਹੜੀ, ਇਹ ਸਾਰਾ ਝੂਠਾ ਜਿਹੜਾ ਪ੍ਰਚਾਰ ਇਹ ਕਰ ਰਹੇ ਨੇ, ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਕਿਹੜੇ ਅੰਗ ਤੇ ਇਹ ਇੰਨੀਆਂ ਗਾਲਾਂ ਉਹਨਾਂ ਵਾਸਤੇ ਉਚਾਰਨ ਹੋਈਆਂ ਨੇ? ਪ੍ਰਮਾਣ ਦੇ ਕੇ ਸਾਬਿਤ ਕਰਨਾ। ਆਪ ਜੀ ਸਾਰੇ ਆਪਣੀ ਆਪਣੀ ਵੀਡੀਓਆਂ ਬਣਾਓ, ਗੁਰਬਾਣੀ ਦੇ ਉਹ ਸਾਰੇ ਸ਼ਬਦ ਕੱਢ ਕੇ ਤੇ ਦਾਸ ਨੂੰ ਸੈਂਡ ਕਰੋ, ਦਾਸ ਵੀ ਦੇਖੇ ਵੀ ਉਹ ਬਾਣੀ ਦੇ ਵਿੱਚ ਕਿੱਥੇ ਕਿੱਥੇ ਇਹਨਾਂ ਬਾਰੇ ਉਚਾਰਨ ਹੋਇਆ। ਇਸ ਤਰ੍ਹਾਂ ਅਗਰ ਪ੍ਰਮਾਣ ਨਹੀਂ ਹੈਗਾ, ਜੇ ਤਾਂ ਪ੍ਰਮਾਣ ਇਹ ਸਾਰੇ ਸ਼ਬਦ ਅਗਰ ਆਪ ਜੀ ਸਾਬਿਤ ਕਰ ਸਕਦੇ ਹੋ ਵੀ ਬਾਣੀ ਦੇ ਵਿੱਚ ਇੱਥੇ ਆਹ ਦੇਖੋ ਭਾਈ, ਗੁੰਡਾ ਵੀ ਕਿਹਾ, ਉਹਨਾਂ ਨੂੰ ਮਸਟੰਡਾ ਵੀ ਕਿਹਾ, ਉਹਨਾਂ ਨੂੰ ਘਟੀਆ ਇਨਸਾਨ ਵੀ ਕਿਹਾ, ਲੁੱਚਾ ਵੀ ਕਿਹਾ, ਉਹਨਾਂ ਦਾ ਮੂੰਹ ਤੋੜਨ ਦੀ ਵੀ ਗੱਲ ਗੁਰਬਾਣੀ ਦੇ ਵਿੱਚ ਉਚਾਰਨ ਕੀਤੀ ਗਈ ਹੈ, ਫਿਰ ਆਪ ਜੀ ਸੱਚੇ ਹੋ, ਫਿਰ ਮੰਨਿਆ ਜਾ ਸਕਦਾ ਹੈ ਵੀ ਇਹ ਸੱਚ ਦਾ ਪ੍ਰਚਾਰ ਹੈ। ਅਗਰ ਪ੍ਰਮਾਣ ਨਹੀਂ, ਅਗਰ ਇਸ ਦਾ ਕੋਈ ਵੀ ਪ੍ਰਮਾਣ ਨਹੀਂ ਹੈ, ਤਾਂ ਪੰਥ ਨੂੰ, ਅਕਾਲ ਤਖਤ ਜੀ ਨੂੰ ਇਹ ਸਵੀਕਾਰ ਕਰਨਾ ਚਾਹੀਦਾ ਹੈ ਕਿ ਇਹ ਬਿਲਕੁਲ ਝੂਠ ਦਾ ਪ੍ਰਚਾਰ ਹੋ ਰਿਹਾ ਹੈ। ਇਹ ਬਿਲਕੁਲ ਝੂਠਾ ਪ੍ਰਚਾਰ ਪੰਥ ਦੇ ਕਥਾਵਾਚਕ ਕਰ ਰਹੇ ਹਨ। ਮਨ ਘੜਤ ਗੱਲਾਂ ਦਾ ਪ੍ਰਚਾਰ, ਮਨ ਘੜਤ ਬਾਤਾਂ ਦਾ ਪ੍ਰਚਾਰ ਸੰਗਤ ਦੇ ਵਿੱਚ ਕਰਕੇ ਤੇ ਭਗਵਾਨ ਸ਼੍ਰੀ ਕ੍ਰਿਸ਼ਨ ਜੀਆਂ ਦੇ ਪ੍ਰਤੀ ਜਿਹੜੀ ਨਫ਼ਰਤ ਇਹ ਸੰਗਤ ਦੇ ਵਿੱਚ ਫੈਲਾ ਰਹੇ ਨੇ, ਬਿਲਕੁਲ ਇਹ ਸਵੀਕਾਰ ਕਰਨਾ ਚਾਹੀਦਾ ਹੈ। ਅਗਰ ਕੋਈ ਪ੍ਰਮਾਣ ਨਹੀਂ ਹੈ ਤਾਂ, ਅਗਰ ਪ੍ਰਮਾਣ ਹੈ ਤਾਂ ਕਿਰਪਾ ਕਰਕੇ ਆਪ ਜੀ ਦੱਸੋ ਵੀ ਕਿੱਥੇ ਪ੍ਰਮਾਣ ਹੈ। ਲੇਕਿਨ ਭਗਵਾਨ ਸ਼੍ਰੀ ਕ੍ਰਿਸ਼ਨ ਦੀਆਂ ਕਥਾ ਕਹਾਣੀਆਂ, ਆਹਾ ਹਰ ਕੀਆਂ ਕਥਾ ਕਹਾਣੀਆਂ ਜਦੋਂ ਆਪਾਂ ਸਰਵਣ ਕਰਾਂਗੇ, ਫਿਰ ਇਸੇ ਗੁੰਡੇ ਨੂੰ, ਇਸੇ ਬਦਮਾਸ਼ ਨੂੰ, ਇਸੇ ਘਟੀਆ ਇਨਸਾਨ ਨੂੰ ਫਿਰ ਆਪਾਂ ਪਤਾ ਕੀ ਮੰਨਦੇ ਹਾਂ? ਦਾਸ ਆਪ ਜੀ ਨੂੰ ਅਨੇਕ ਅਸੰਖ ਪ੍ਰਮਾਣ ਦੇ ਕੇ ਇਹ ਸਾਬਿਤ ਕਰੇਗਾ ਬਾਣੀ ਦੇ ਵਿੱਚੋਂ ਤੇ ਇਤਿਹਾਸ ਦੇ ਅਨੁਕੂਲ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਨੁਕੂਲ ਤੇ ਇਤਿਹਾਸ ਦੇ ਅਨੁਕੂਲ ਦਾਸ ਅਨੇਕ ਪ੍ਰਮਾਣ ਦੇ ਕੇ ਇਹ ਸੱਚ ਸਿੱਧ ਕਰੇਗਾ ਵੀ ਜਿੱਥੇ ਆਪਾਂ ਭਗਵਾਨ ਸ਼੍ਰੀ ਕ੍ਰਿਸ਼ਨ ਜੀਆਂ ਨੂੰ, ਹਰ ਜੀ ਨੂੰ, ਹਰ ਜੀ ਆਏ, ਹਰ ਜੀ ਆਏ, ਛੱਡ ਸਿੰਘਾਸਨ ਹਰ ਜੀ ਆਏ, ਹਰੀ ਨੂੰ,
ਹਰੀ ਨੂੰ ਆਪਾਂ ਪਤਾ ਕੀ ਮੰਨਦੇ ਹਾਂ ਫਿਰ? ਭਗਵਾਨ ਸ਼੍ਰੀ ਕ੍ਰਿਸ਼ਨ ਜੀ। ਆਪਾਂ ਉਹਨਾਂ ਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਮੰਨਦੇ ਹਾਂ। ਸੋ ਇਸ ਕਰਕੇ ਹੁਣ ਜੇ ਉਹ ਗੁੰਡਾ ਹੈ ਤਾਂ ਫਿਰ ਆਪਾਂ ਭਗਵਾਨ ਕਿਸ ਤਰ੍ਹਾਂ ਮੰਨ ਲਵਾਂਗੇ? ਔਰ ਜੇ ਉਹ ਭਗਵਾਨ ਜੀ ਹੈ ਫਿਰ ਉਹ ਗੁੰਡਾ ਕਿਸ ਤਰ੍ਹਾਂ ਹੋਇਆ? ਆਓ ਹੁਣ ਆਪਾਂ ਵਿਚਾਰ ਕਰਾਂਗੇ ਇਹਨਾਂ ਪੰਥ ਦੇ ਜਿਹੜੇ ਇਹਨਾਂ ਨੇ ਮਨ ਘੜਤ ਝੂਠਾ ਪ੍ਰਚਾਰ ਕੀਤਾ ਉਸ ਦੇ ਬਾਰੇ। ਦੇਖੋ, ਇਹਨਾਂ ਨੇ ਜਿਹੜਾ ਗੋਪੀਆਂ ਦੀ ਕਥਾ ਸੁਣਾਈ ਹੈ, ਪਹਿਲੀ ਗੱਲ ਤਾਂ ਇਹਨਾਂ ਨੇ ਜਦੋਂ ਆਪਣੇ ਸ਼ਬਦਾਂ ਦਾ ਜਿਹੜਾ ਜਾਲ ਬੁਣਿਆ, ਕਿਉਂਕਿ ਨਾ ਪਤਾ ਕੀ ਹੁੰਦਾ ਸਾਧ ਸੰਗਤ ਜੀ, ਆਪ ਜੀ ਸਾਰਿਆਂ ਅੱਗੇ ਹੱਥ ਜੋੜ ਕੇ ਬੇਨਤੀ ਹੈ, ਆਪ ਜੀ ਗਹਿਰਾਈ ਨਾਲ ਵਿਚਾਰ ਕਰੋ। ਹੁਣ ਇਹਨਾਂ ਕਥਾਵਾਚਕ ਜੀਆਂ ਨੇ ਜਿਹੜਾ ਸ਼ਬਦਾਂ ਦਾ ਜਾਲ ਬੁਣਿਆ, ਸ਼ਬਦਾਂ ਦਾ ਜਾਲ ਬੁਣ ਕੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਹਰੀ ਦਾ ਚਰਿੱਤਰ ਐਸਾ ਪੇਸ਼ ਕਰ ਦਿੱਤਾ ਵੀ ਆਪਣੇ ਮਨ ਦੇ ਵਿੱਚ ਉਹਨਾਂ ਦੇ ਪ੍ਰਤੀ ਐਸੀ ਨਫ਼ਰਤ ਹੋ ਜੇ ਵੀ ਉਹਨਾਂ ਦੇ ਕਿਸੇ ਵੀ ਭਗਤ ਦਾ ਜਦੋਂ ਗੁਰਬਾਣੀ ਦੇ ਵਿੱਚ ਕੋਈ ਸਾਖੀ ਆਏ, ਕੋਈ ਨਾਮ ਆਏ ਉਹਨਾਂ ਦੇ ਦੁਆਰਾ ਤਾਰੇ ਹੋਏ ਕਿਸੇ ਭਗਤ ਦੀ, ਤਾਂ ਆਪਾਂ ਉਸ ਦਾ ਖੰਡਨ ਕਰ ਦਈਏ। ਬਸ ਇੰਨੀ ਨਫ਼ਰਤ ਪੈਦਾ ਹੋ ਜੇ ਆਪਣੇ ਮਨ ਦੇ ਵਿੱਚ। ਅਸਲ ਦੇ ਵਿੱਚ ਇਹਨਾਂ ਕਥਾਵਾਚਕ ਜੀਆਂ ਦਾ, ਇਸ ਤਰ੍ਹਾਂ ਦੇ ਅਨੇਕ ਕਥਾਵਾਚਕ ਜੀਆਂ ਦਾ ਸਿਰਫ ਤੇ ਸਿਰਫ ਇੱਕੋ ਹੀ ਮਕਸਦ ਹੈ, ਹਰ ਕੀਆਂ ਕਥਾ ਕਹਾਣੀਆਂ ਦਾ ਖੰਡਨ ਕਰਨਾ। हर की कथा कहानियां दा, हर जी की कथा कहानियां दा खंडन करना। इक्को एक इन्हां दा इहो है। उन्हां नूं गुरु ग्रंथ साहिब दी बाणी ते इतिहास दे अनुसार सच नहीं मनना, उन्हां दा खंडन करना है। हुण जिस तरह इन्हां ने जिहड़ी कथा आप जी नूं सुना के आप जी दे मन दे विच हरी दे प्रति जिहड़ा इन्हां ने नफरत भर दित्ती। हुण आप जी संगत ने जिहड़ी ये कथा सुनी, हुण वो तां पक्के हो गए मन दे विच, उन्हां दे हो गया भी हाँ बाबा जी ने बड़ी गहराई दी गल करी, बड़ा डूंगा विचार दिता। ओहो, इतने पहुंचे हुए, वाह वाह जी वाह, वाह गुरु वाह गुरु। इतने पहुंचे हुए विद्वान कथावाचक साडे जो इतनी गहराई दी गल करते ने, इतना डूंगा रहस्य, इन्ना डूंगा भेद दसदे ने। ओ अच्छा जी, कृष्ण भगवान जी ने इस तरह किया। ओ अच्छा जी, कृष्ण भगवान जी ने निर्वस्त्र होइयां गोपियां दे कपड़े चक के दरख्त ते चढ़ गया। अच्छा जी, अच्छा जी। वो इस तरह ना कथा जिहड़ी शब्दां दा जिहड़ा जाल इन्हां ने बुनिया, शब्दां दा जाल जिहड़ा इन्हां ने बुनिया। देखो, सब तो पहला जिहड़ी ये गोपियां वाली साखी है, गुरबाणी दे विच जिस तरह इन्हां ने आप जी नूं सुनाई है, उस तरह गुरबाणी दे विच किरण नहीं है, किते भी नहीं। क्योंकि ये स्पष्ट कह रहे ने ना इहदे विच भी भगवान श्री कृष्ण जी उन्हां दे कपड़े चक के दरख्त ते चढ़ गए ते उत्थे चढ़ के वो कह रहे ने, हर जी कह रहे ने, हरी कह रहे भी तुसी पहला इस तरह ही बाहर आओ निर्वस्त्र होइयां, मैं तुहानूं पहला देखांगा, फिर मैं तुहाडे कपड़े तुहाडे वस्त्र बाद च देवांगा, पहला मैं तुहानूं इस तरह निर्वस्त्र होइयां नूं देखांगा। ये कह रहे ने ना इहदे विच कथा दे विच। हुण दसो, इन्हां नूं पुछो आप जी संगत जी, इन्हां नूं सवाल करके पुछो भी बाबा जी जिहड़ी तुसी कथा सुनाई, ਜਿਹੜਾ ਤੁਸੀਂ ਕਿਹਾ ਵੀ ਭਗਵਾਨ ਕ੍ਰਿਸ਼ਨ ਜੀ ਉਹ ਇਦਾਂ ਕਹਿ ਰਹੇ ਨੇ ਵੀ ਤੁਸੀਂ ਇਦਾਂ ਹੀ ਬਾਹਰ ਆਓ, ਮੈਂ ਪਹਿਲਾਂ ਤੁਹਾਨੂੰ ਦੇਖਾਂਗਾ, ਕਿਰਪਾ ਕਰਕੇ ਦੱਸੋ ਬਾਣੀ ਦੇ ਵਿੱਚ ਕਿੱਥੇ ਉਹਨਾਂ ਨੇ ਕਿਹਾ ਵੀ ਮੈਂ ਤੁਹਾਨੂੰ ਦੇਖਾਂਗਾ? ਪਹਿਲਾਂ ਦੱਸੋ ਨਾ, ਤੁਸੀਂ ਬਾਣੀ 'ਚ ਕਿੱਥੇ ਲਿਖਿਆ ਹੋਇਆ ਵੀ ਉਹਨਾਂ ਨੇ ਕਿਹਾ ਵੀ ਮੈਂ ਤੁਹਾਨੂੰ ਪਹਿਲਾਂ ਇਸ ਤਰ੍ਹਾਂ ਹੀ ਦੇਖਾਂਗਾ? ਵੀ ਤੁਸੀਂ ਜਿਹੜਾ ਉਹਨਾਂ ਦਾ ਚਰਿੱਤਰ ਸਾਡੇ ਸਾਹਮਣੇ ਜਿਹੜਾ ਪੇਸ਼ ਕੀਤਾ ਹੈ, ਉਹ ਜਿਹੜਾ ਤੁਸੀਂ ਚਰਿੱਤਰ ਉਹਨਾਂ ਦਾ ਸਾਡੇ ਸਾਹਮਣੇ ਪੇਸ਼ ਕੀਤਾ ਹੈ, ਉਹ ਚਰਿੱਤਰ ਤੁਸੀਂ ਕਿੱਥੋਂ ਪੜ੍ਹਿਆ, ਕਿੱਥੋਂ ਤੁਸੀਂ ਯਾਦ ਕੀਤਾ, ਇਹ ਕਿੱਥੋਂ ਤੁਸੀਂ ਇਤਿਹਾਸ ਲਿਆਏ?
ਇਹ ਇਤਿਹਾਸ ਤੁਸੀਂ ਕਿੱਥੋਂ ਲੈ ਕੇ ਆਏ? ਬਾਣੀ ਚੋਂ ਪ੍ਰਮਾਣ ਦੇ ਕੇ ਸਾਬਿਤ ਕਰੋ ਜੀ। ਬਾਣੀ ਤੋਂ ਬਾਹਰ ਤਾਂ ਬਹੁਤ ਕੁਝ ਹੈ। ਜੇ ਆਪਾਂ ਉਸ ਵਿਸ਼ੇ ਤੇ ਜਾਵਾਂਗੇ ਫਿਰ ਤਾਂ ਬਹੁਤ ਕੁਝ ਵਿਚਾਰਨਾ ਪਏਗਾ। ਇਸ ਕਰਕੇ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਉਹਦੇ ਅਨੁਕੂਲ ਹੀ ਰਹੀਏ। ਤਾਂ ਇਹਨਾਂ ਬਾਬਾ ਜੀ ਨੂੰ ਆਪ ਪੁੱਛੋ ਵੀ ਜਿਹੜੀ ਤੁਸੀਂ ਆ ਸਾਖੀ ਸੁਣਾਈ ਹੈ ਵੀ ਭਗਵਾਨ ਕ੍ਰਿਸ਼ਨ ਜੀ ਉਹ ਕਹਿ ਰਹੇ ਨੇ ਮੈਂ ਦਰਖਤ ਤੇ ਉਹਨਾਂ ਦੇ ਕੱਪੜੇ ਲੈ ਕੇ ਜਿਹੜੇ ਚੜ੍ਹ ਗਏ, ਮੈਂ ਪਹਿਲਾਂ ਤੁਹਾਨੂੰ ਵੇਖਾਂਗਾ। ਉਹਨਾਂ ਨੇ ਕਿਹੜੇ ਭਗਤ ਦੀ, ਕਿਹੜੇ ਗੁਰੂ ਸਾਹਿਬਾਨ ਨੇ ਕਿਹਾ ਵੀ ਉਹਨਾਂ ਨੇ ਇਸ ਤਰ੍ਹਾਂ ਕਿਹਾ? ਵੀ ਬਾਣੀ ਦੇ ਵਿੱਚ ਕਿੱਥੇ ਉਚਾਰਨ ਹੋਇਆ ਵੀ ਉਹਨਾਂ ਨੇ ਇਸ ਤਰ੍ਹਾਂ ਕਿਹਾ ਵੀ ਮੈਂ ਪਹਿਲਾਂ ਤੁਹਾਨੂੰ ਦੇਖਾਂਗਾ? ਇਹਨਾਂ ਨੂੰ ਪੁੱਛੋ ਸਵਾਲ, ਪ੍ਰਮਾਣ ਲਵੋ ਬਾਣੀ ਦਾ। ਉਹ ਅੰਗ ਪੁੱਛੋ ਕਿੰਨੇ ਅੰਗ ਤੇ ਇਹ ਸਾਖੀ ਹੈ ਜਿਹੜੀ ਤੁਸੀਂ ਸਾਰੀ ਸੁਣਾਈ ਹੈ। ਤੇ ਉਹਨਾਂ ਦੀ ਬਾਂਸਰੀ ਖੋ ਕੇ ਮੂੰਹ ਤੋੜਨ ਵਾਲੀ ਬਾਣੀ 'ਚ ਕਿੱਥੇ ਲਿਖਿਆ ਵੀ ਉਹਨਾਂ ਦਾ ਮੂੰਹ ਤੋੜ ਦੇਣਾ ਚਾਹੀਦਾ ਹੈ? ਕਿੱਥੇ ਲਿਖਿਆ ਉਹ ਗੁੰਡਾ ਹੈ? ਕਿੱਥੇ ਲਿਖਿਆ ਉਹ ਬਦਮਾਸ਼ ਹੈ? ਕਿੱਥੇ ਲਿਖਿਆ ਉਹ ਘਟੀਆ ਹੈ? ਕਿੱਥੇ ਲਿਖਿਆ ਉਹ ਸ਼ੈਤਾਨ ਹੈ? ਇਹ ਸਾਰਾ ਮਨ ਘੜਤ ਪ੍ਰਚਾਰ ਜਿਹੜਾ ਉਹਨਾਂ ਨੇ ਕੀਤਾ, ਇਹ ਬਿਲਕੁਲ ਬੇਬੁਨਿਆਦ ਨਿਰਾ ਕੋਰਾ ਝੂਠ ਵਰਤਾਇਆ ਆਪ ਜੀ ਨੂੰ। ਦੁੱਖ ਵਾਲੀ ਗੱਲ ਵੀ ਕਿਸੇ ਵੀ ਦੂਜੇ ਕਥਾਵਾਚਕ ਵਿਦਵਾਨ ਜੀ ਨੇ, ਦੇਖੋ ਇੱਥੇ ਕਿਤਨੀ ਮਹੱਤਵਪੂਰਨ ਇਹ ਗੱਲ ਹੈ, ਕਿਸੇ ਵੀ ਦੂਜੇ ਕਥਾਵਾਚਕ ਵਿਦਵਾਨ ਜੀ ਨੇ ਅੱਜ ਤੱਕ ਇਹਨਾਂ ਨੂੰ ਸਵਾਲ ਨਹੀਂ ਕੀਤਾ। ਕਿਸੇ ਕਥਾਵਾਚਕ ਨੇ ਇਹਨਾਂ ਨੂੰ ਸਵਾਲ ਵੀ ਬਾਬਾ ਜੀ ਤੁਸੀਂ ਇਹ ਜਿਹੜੀਆਂ ਇੰਨੀਆਂ ਤੁਸੀਂ ਨਿੰਦਾ ਕਰ ਰਹੇ ਨੇ, ਇੰਨੇ ਅਪਸ਼ਬਦ ਜਿਹੜੇ ਬੋਲ ਰਹੇ ਹੋ, ਇਹ ਬਾਣੀ 'ਚ ਕਿੱਥੇ ਲਿਖੇ ਹੋਏ ਨੇ? ਜਦੋਂ ਬਾਣੀ ਆਪਾਂ ਨੂੰ ਇਸ ਚੀਜ਼ ਦੀ ਇਜਾਜ਼ਤ ਹੀ ਨਹੀਂ ਦਿੰਦੀ ਤਾਂ ਤੁਸੀਂ ਇਹ ਫਿਰ ਮਨ ਘੜਤ ਗੱਲਾਂ ਕਰ ਕਰਕੇ ਸੰਗਤ ਨੂੰ ਕਿਉਂ ਗੁੰਮਰਾਹ ਕਰ ਰਹੇ ਹੋ? ਕਿਉਂ ਝੂਠਾ ਪ੍ਰਚਾਰ ਕਰ ਰਹੇ ਹੋ? ਕਿਸੇ ਵੀ ਦੂਜੇ ਕਥਾਵਾਚਕ ਨੇ ਇਹਨਾਂ ਨੂੰ, ਹਰਜੀਤ ਸਿੰਘ ਡਪਾਲੀ ਜੀਆਂ ਨੂੰ ਕਿਸੇ ਨੇ ਸਵਾਲ ਨਹੀਂ ਕੀਤਾ। ਇਹਦਾ ਮਤਲਬ ਇਹ ਹੈ, ਇਹਦਾ ਭਾਵ ਇਹ ਹੈ ਵੀ ਉਹ ਵੀ ਇਹਨਾਂ ਦੀ ਇਸ ਕਥਾ ਦੇ ਨਾਲ ਕਿਤੇ ਨਾ ਕਿਤੇ ਉਹ ਵੀ ਸਹਿਮਤ ਹਨ। ਉਹ ਵੀ ਇਹਦੇ ਨਾਲ ਆਪਣਾ ਸਮਰਥਨ ਇਹਨਾਂ ਨੂੰ ਕਰਦੇ ਹਨ। ਉਹ ਸਹਿਮਤ ਨੇ, ਤਾਂ ਹੀ ਉਹਨਾਂ ਨੇ ਸਵਾਲ ਨਹੀਂ ਪੁੱਛਿਆ। ਦਾਸ ਤਾਂ ਗੁਰੂ ਘਰ ਦਾ ਨੌਕਰ ਹੈ, ਇਸ ਤੋਂ ਜ਼ਿਆਦਾ ਦਾਸ ਦੀ ਕੋਈ ਹੋਂਦ ਨਹੀਂ ਹੈਗੀ। ਸੋ ਦਾਸ ਗੁਰੂ ਘਰ ਦਾ ਨੌਕਰ ਹੋਣ ਦੇ ਨਾਤੇ ਆਪ ਜੀ ਦੇ ਸਾਰਿਆਂ ਦੇ ਚਰਨਾਂ ਦੇ ਵਿੱਚ ਇਹ ਸਵਾਲ ਹੈ ਕਿ ਇਹ ਜਿਹੜਾ ਝੂਠ ਦਾ ਪ੍ਰਚਾਰ ਹਰ ਜੀ ਨੂੰ ਜਿਹੜਾ ਬਦਨਾਮ ਕਰਨ ਵਾਸਤੇ, ਹਰੀ ਨੂੰ ਜਿਹੜਾ ਬਦਨਾਮ ਕਰਨ ਵਾਸਤੇ, ਹਰੀ ਦਾ ਖੰਡਨ ਜਿਹੜਾ ਕਰਨ ਵਾਸਤੇ ਇਹ ਪ੍ਰਚਾਰ ਹੋ ਰਿਹਾ ਹੈ, ਇਸ ਨੂੰ ਸਵਾਲ ਕਰੋ। ਬਾਬਾ ਜੀ ਨੂੰ ਪੁੱਛੋ ਵੀ ਇੰਨੇ ਜਿਹੜੇ ਤੁਸੀਂ ਇੰਨੀਆਂ ਗਾਲਾਂ ਦਿੱਤੀਆਂ ਨੇ, ਇਹਦਾ ਆਧਾਰ ਕੀ ਹੈ? ਆਪ ਜੀ ਦਾ ਕੋਈ ਤਾਂ ਇਹਦਾ ਆਧਾਰ ਹੋਣਾ ਨਾ। ਆਪ ਜੀ ਨੇ ਇਹ ਸਾਰੀਆਂ ਗਾਲਾਂ ਕਿੱਥੋਂ ਪੜ੍ਹੀਆਂ? ਗੁਰਬਾਣੀ ਦੇ ਵਿੱਚ ਇਹ ਕਿੱਥੋਂ ਪੜ੍ਹੀਆਂ? ਇਹ ਗਾਲਾਂ ਕਿਹੜੇ ਅੰਗ ਤੋਂ ਪੜ੍ਹੀਆਂ? ਸਾਨੂੰ ਵੀ ਦੱਸੋ ਵੀ ਅਸੀਂ ਵੀ ਵਿਚਾਰੀਏ। ਉਹਨਾਂ ਨੂੰ ਪੁੱਛੋ ਤੁਸੀਂ। ਇਹ ਜ਼ਿੰਮੇਵਾਰੀ ਸ਼੍ਰੀ ਅਕਾਲ ਤਖਤ ਜੀ ਦੀ ਬਣਦੀ ਹੈ ਵੀ ਉਹ ਆਪਣੇ ਪੰਥ ਦੇ ਕਥਾਵਾਚਕਾਂ ਨੂੰ ਇਹ ਸਵਾਲ ਕਰਨ ਵੀ ਭਾਈ ਤੁਸੀਂ ਇਹ ਜਿਹੜਾ ਝੂਠ ਦਾ ਪ੍ਰਚਾਰ ਇੱਕ ਕਰ ਰਹੇ ਹੋ, ਹਰ ਜੀ ਦੇ ਪ੍ਰਤੀ, ਹਰੀ ਦੇ ਪ੍ਰਤੀ ਜਿਹੜਾ ਤੁਸੀਂ ਇਹ ਝੂਠ ਦਾ ਪ੍ਰਚਾਰ ਕਰ ਰਹੇ ਹੋ, ਇਹ ਤੁਸੀਂ ਇਹਦਾ ਆਧਾਰ ਕੀ ਹੈ ਆਪ ਜੀ ਦਾ? ਪਰ ਕੋਈ ਨਹੀਂ ਪੁੱਛੇਗਾ। ਨਾਰਾਇਣ ਨਾਰਾਇਣ, ਕੋਈ ਨਹੀਂ ਵਿਚਾਰੇਗਾ, ਕੋਈ ਨਹੀਂ ਪੁੱਛੇਗਾ, ਕੋਈ ਉਹਨਾਂ ਨੂੰ ਸਵਾਲ ਨਹੀਂ ਕਰੇਗਾ, ਕੋਈ ਨਹੀਂ ਕਰੇਗਾ, ਕੋਈ ਨਹੀਂ ਪੁੱਛੇਗਾ ਹਰੀ ਦੀ ਨਿੰਦਿਆ ਆਪ ਕਿਸ ਆਧਾਰ ਤੇ ਕਰ ਰਹੇ ਹੋ, ਕੋਈ ਨਹੀਂ ਪੁੱਛੇਗਾ। ਹੁਣ ਉਹਨਾਂ ਕਥਾਵਾਚਕ ਜੀਆਂ ਦੇ ਲਈ ਕੁਝ ਪ੍ਰਮਾਣ ਨੇ, ਕੁਝ ਸਵਾਲ ਦਾਸ ਗੁਰਬਾਣੀ ਦੇ ਵਿੱਚੋਂ ਰੱਖਦਾ ਹੈ। ਦੇਖੋ ਹੁਣ ਵਿਚਾਰ ਕਰੋ, ਹੁਣ ਗਹਿਰਾਈ ਨਾਲ ਵਿਚਾਰ ਕਰਨਾ। ਜੋ ਦਾਸ ਆਪ ਜੀ ਨੂੰ ਇਹਨਾਂ ਕਥਾਵਾਚਕ ਜੀਆਂ ਦਾ ਜਿਹੜਾ ਝੂਠ, ਇਹ ਬਿਲਕੁਲ ਝੂਠ ਜਿਹੜਾ ਹੈ ਨਾ, ਬਿਲਕੁਲ ਝੂਠ ਹੋ ਜਾਣਾ ਇਹਦੇ ਨਾਲ।
ਆਪ ਜੀ ਗਹਿਰਾਈ ਨਾਲ ਵਿਚਾਰ ਕਰੋ। ਗੋਪੀਆਂ ਉਹ ਸਾਰੀ ਇਸਤਰੀਆਂ ਸੀ, ਠੀਕ ਹੈ, ਸਾਰੀਆਂ ਔਰਤਾਂ ਸੀਗੀ, ਤੇ ਉਹਨਾਂ ਦੇ ਨਾਲ ਇਹ ਜਿਹੜਾ ਇਹਨਾਂ ਨੇ ਸ਼ਬਦਾਂ ਦਾ ਜਾਲ ਬੁਣ ਕੇ ਜਿਹੜਾ ਉਸ ਕਥਾ ਦੇ ਵਿੱਚ ਜਿਹੜਾ ਉਹਨਾਂ ਦਾ ਚਰਿੱਤਰ ਪੇਸ਼ ਕੀਤਾ ਹੈ, ਇਸ ਤਰ੍ਹਾਂ ਦਾ ਚਰਿੱਤਰ ਹਰੀ ਦਾ ਨਹੀਂ ਹੈਗਾ, ਪਹਿਲੀ ਗੱਲ। ਦੂਜੀ ਗੱਲ, ਆਪ ਜੀ ਇਹਨਾਂ ਹੀ ਬਾਬਾ ਜੀ ਨੂੰ ਪੁੱਛੋ, ਕਥਾਵਾਚਕ ਜੀਆਂ ਨੂੰ, ਇਹਨਾਂ ਨੂੰ ਪੁੱਛੋ ਵੀ ਬਾਬਾ ਜੀ, ਅਗਰ ਭਗਵਾਨ ਸ਼੍ਰੀ ਕ੍ਰਿਸ਼ਨ ਜੀ, ਹਰੀ ਜੀ, ਹਰ ਜੀ ਆਏ, अगर हरी गुंडा है, बदमाश है, शैतान है, घटिया इंसान है, तो किरपा करके आप जी दसो कि गुरु ग्रंथ साहब की बाणी ते इतिहास दे अनुसार प्रमाण दे के ये साबित करो द्रौपदी की इज्जत किसने बचाई सी। वो भी तो स्त्री है ना, द्रौपदी भी तो एक औरत सी। गोपियां वाली कथा सुना के आपने उन्हों का चरित्र जिमें पेश किया सी सुन लिया, ठीक है। हुण बाबा जी आप जी कृपा करो द्रौपदी की कथा सुनाओ। इन्हों तुसी कथावाचक जी नूं कहना, पर कोई सवाल नहीं करेगा, उन्होंने कोई नहीं कहेगा भी बाबा जी द्रौपदी की कथा सुनाओ सानू। द्रौपदी का कई बार द्रौपदी की कथा गुरु ग्रंथ साहब की बाणी दे विच उच्चारण हुई है, कई बार उन्हां दा नाम, उन्हां दी कथा। जदों भरी सभा दे विच द्रौपदी नूं निर्वस्त्र कीता जा रहा सी, तां उन्हां दी लाज, उन्हां दी पैज, उन्हां दी रक्षा, द्रौपदी दी रक्षा किसने कीती सी, ओदी लाज इज्जत किसने बचाई सी। इन्हां नूं पुछो भी सानू कथा सुनाओ प्रमाण दे के, बाणी चो प्रमाण दे के, मन घड़त गल्लां नाल नहीं। गुरु ग्रंथ साहब दी बाणी चो प्रमाणित जिहड़ा शब्द है, प्रमाणित जिहड़ी गल है, उस दे अनुसार कथा करो, तो इत्थे इन्हां दा झूठ बिल्कुल पकड़िया जाएगा। फिर ये पता की कहणगे, तुहानूं कदे भी द्रौपदी की कथा नहीं सुनाणगे, कदे नहीं सुनाणगे द्रौपदी की कथा। क्यों नहीं सुनाणगे? क्योंकि जिस गोपियां की कथा सुना के जिसनूं आपां चरित्रहीन दस दिता, फिर द्रौपदी की जदों लाज वो बचाणगे तो अपने अंदर एक सवाल पैदा हो जाएगा, बाबा जी ये तुसीं की कर रहे हो? तुसीं हुण तां कह रहे सी गुंडा है, बदमाश है, हुण तुसीं कह रहे हो भगवान जी आए, द्रौपदी की इज्जत बचाई उन्होंने, भगवान श्री कृष्ण जी ने। क्योंकि अनेक प्रमाण ने गुरु ग्रंथ साहब की बाणी दे विच, भाई गुरदास दी वारां दे विच, द्रौपदी की इज्जत इसे ही गुंडे ने बचाई है, जिसनों ये बाबा जी कह रहे ने, जो पकड़ द्रौपदी दुष्टा आनी, हर हर लाज निवारे, हर हर लाज निवारे। ज्यों पकड़ द्रौपदी दुष्टा आनी, हर हर लाज निवारे। हर जी आए, छड़ सिंघासन हर जी आए। आहा, हर जुग जुग भगत उपाया, पैज रखदा आया, राम राजे। आहा, जुग जुग भगतां दी रखदा आया। आहा, हर जी आए, द्रौपदी दी पैज रखण वास्ते कौन आया? हर जी आए, गुंडा जी आए। आप जी दा रब नहीं आया, आप जी दा परमात्मा आप जी वाला नहीं आया। हरी आया, ये गुंडा ही आया, होर कोई भी नहीं आया। इन्हां नूं पुछो, ये सवाल करो। द्रौपदी भी तो एक औरत सी, ओदी इज्जत इसे गुंडे ने बचाई सी। बाणी दे विच पढ़ो उन्हां दे शब्द, जिथे जिथे उन्हां दी द्रौपदी दी साखी उच्चारण हुई है, वो सारे शब्द विचार करो। सारे शब्द कढ़ के गुरु ग्रंथ साहब की बाणी दे जिहड़े द्रौपदी दे संदर्भ दे विच उच्चारण होए ने,
ਭਾਈ ਗੁਰਦਾਸ ਜੀ ਦੀ ਵਾਰਾਂ ਦਾ ਇੱਕ ਸ਼ਬਦ ਉਹ ਕੱਢ ਕੇ ਤੇ ਉਹ ਸਾਰੇ ਸ਼ਬਦਾਂ ਦੀ ਵਿਆਖਿਆ ਆਪ ਜੀ ਇਹਨਾਂ ਕਥਾਵਾਚਕ ਜੀਆਂ ਤੋਂ ਕਰਵਾਓ। ਉਹਨਾਂ ਨੂੰ ਕਹੋ ਵੀ ਆਹ ਸ਼ਬਦ ਦ੍ਰੋਪਦੀ ਦੀ ਕਥਾ ਦੇ ਸਾਰੇ ਇਹਨਾਂ ਦੇ ਅਰਥ ਕਰੋ। ਫਿਰ ਦੇਖੋ ਇਹ ਕਿਸ ਤਰ੍ਹਾਂ ਅਰਥ ਕਰਦੇ ਨੇ। ਫਿਰ ਉੱਥੇ ਕੀ ਕਹਿਣਗੇ, ਹਰੀ ਨੇ ਆਹ। ਫਿਰ ਉੱਥੇ ਗੁੰਡਾ, ਉਹਨਾਂ ਨੂੰ ਕਹੋ ਵੀ ਗੁੰਡਾ ਬੋਲੋ ਹੁਣ ਤੁਸੀਂ, ਹਰੀ ਨਾ ਬੋਲੋ। ਜੋ ਪਕੜ ਦ੍ਰੋਪਦੀ ਦੁਸ਼ਟਾਂ ਆਨੀ ਹਰ ਹਰ ਲਾਜ, ਹਰ ਹਰ ਹਰੀ 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 ਆਣਾ, ਹਰ ਹਰ ਆਣਾ, ਹਰ ਜੀ ਆਏ। ਹਰ ਇੱਕ ਯੁੱਗ ਦੇ ਵਿੱਚ ਜਿਹੜਾ ਹਰੀ ਆਇਆ, ਉਸ ਹਰੀ ਨੇ, ਉਸ ਭਗਵਾਨ ਸ਼੍ਰੀ ਹਰੀ ਵਿਸ਼ਨੂੰ ਜੀ ਨੇ, ਉਸ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਦ੍ਰੋਪਦੀ ਦੀ ਇੱਜ਼ਤ ਬਚਾਈ ਸੀ। ਇਹ ਪ੍ਰਮਾਣਿਤ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਨੁਸਾਰ ਤੇ ਇਤਿਹਾਸ ਦੇ ਅਨੁਸਾਰ ਇਹ ਪ੍ਰਮਾਣਿਤ ਹੈ। ਜਿਹੜੀ ਸਾਖੀ ਇਹਨਾਂ ਨੇ ਸੁਣਾਈ, ਉਹ ਸਾਖੀ ਦਾ ਜਿਹੜਾ ਸੰਵਾਦ ਇਹਨਾਂ ਨੇ ਕੀਤਾ ਉਹ ਬਿਲਕੁਲ ਮਨ ਘੜਤ ਸੰਵਾਦ ਕੀਤਾ ਇਹਨਾਂ ਨੇ। ਉਹਦੀ ਜਿਹੜੀ ਵਿਆਖਿਆ ਕਰਕੇ ਸ਼ਬਦਾਂ ਦਾ ਜਿਹੜਾ ਜਾਲ ਬੁਣ ਕੇ ਇਹਨਾਂ ਨੇ ਉਹਨਾਂ ਨੂੰ ਹਰ ਜੀ ਨੂੰ ਚਰਿੱਤਰਹੀਨ ਦੱਸਣ ਦਾ ਯਤਨ ਕੀਤਾ, ਉਹ ਬਿਲਕੁਲ ਮਨ ਘੜਤ ਹੈ। ਉਹਦੇ 'ਚ ਕੁਝ ਵੀ ਸੱਚ ਪ੍ਰਮਾਣਿਤ ਨਹੀਂ ਹੈਗਾ। ਹੁਣ ਇਹਨਾਂ ਨੂੰ ਪੁੱਛੋ ਦ੍ਰੋਪਦੀ ਦੀ ਕਥਾ ਸੁਣਾਓ। ਦ੍ਰੋਪਦੀ ਤੇ ਉਸੇ ਗੁੰਡੇ ਨੇ ਇੱਜ਼ਤ ਬਚਾਈ ਸੀ। ਇੱਜ਼ਤ ਲੁੱਟਣ ਵਾਲਾ ਕੰਮ, ਇੱਜ਼ਤ ਚਰਿੱਤਰਹੀਨ ਵਾਲੀ ਕਥਾ ਆਪ ਜੀ ਸੁਣਾ ਕੇ ਸੰਗਤ ਨੂੰ ਗੁੰਮਰਾਹ ਕਰੋਗੇ। ਲੇਕਿਨ ਜਿੱਥੇ ਇਹੀ ਗੁੰਡਾ ਫਿਰ ਇੱਕ ਇਸਤਰੀ ਦੀ ਇੱਜ਼ਤ ਬਚਾ ਰਿਹਾ ਹੈ, ਉਸ ਨੂੰ ਅਸੰਖ ਕੋਟ ਵਸਤਰ ਦੇ ਕੇ ਉਹਦੀ ਇੱਜ਼ਤ ਬਚਾ ਰਿਹਾ ਹਰੀ ਹਰ ਜੀ, ਉਹ ਕਥਾ ਆਪ ਜੀ ਨਹੀਂ ਸੁਣਾਏਂਗੇ ਸੰਗਤ को, ਉਹ ਨਹੀਂ ਸੁਣਾਓਗੇ ਤੁਸੀਂ ਕਥਾ, ਕਿਉਂਕਿ ਆਪ ਜੀ ਦਾ ਝੂਠ ਪਕੜਿਆ ਜਾਏਗਾ। ਇਹ ਜਿਹੜਾ ਝੂਠ ਦਾ ਜਿਹੜਾ ਪ੍ਰਚਾਰ ਆਪ ਜੀ ਕਰ ਰਹੇ ਹੋ, ਇਹਦੇ 'ਚ ਆਪ ਜੀ ਇਹਦੇ 'ਚ ਫੜੇ ਜਾਓਗੇ। ਔਰ ਜਦੋਂ ਇੱਕ ਵਾਰ ਝੂਠ ਦਾ ਜਦੋਂ ਪ੍ਰਚਾਰ ਫੜਿਆ ਜਾਂਦਾ ਹੈ, ਫਿਰ ਸੰਗਤ ਦਾ ਭਰੋਸਾ ਦੁਬਾਰਾ ਬਣਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਜਦੋਂ ਇੱਕ ਵਾਰ ਆਪਾਂ ਨੂੰ ਇਹ ਸੱਚ ਪ੍ਰਮਾਣਿਤ ਹੋ ਜਾਂਦਾ ਵੀ ਇਹ ਬਾਬਾ ਜੀ ਕੇਵਲ ਤੇ ਕੇਵਲ ਮਨ ਘੜਤ ਗੱਲਾਂ ਕਰਕੇ ਪ੍ਰਚਾਰ ਕਰ ਰਹੇ ਨੇ, ਇਹ ਗੁਰਬਾਣੀ ਦੇ ਅਨੁਸਾਰ, ਇਤਿਹਾਸ ਦੇ ਅਨੁਸਾਰ ਨਹੀਂ ਹੈਗਾ, ਤਾਂ ਫਿਰ ਉਹ ਜਦੋਂ ਮਨ ਘੜਤ ਪ੍ਰਚਾਰ ਦਾ, ਝੂਠੇ ਪ੍ਰਚਾਰ ਦਾ ਜਦੋਂ ਸੰਗਤ ਨੂੰ ਪਤਾ ਲੱਗਦਾ ਹੈ, ਫਿਰ ਸੰਗਤ ਦਾ ਭਰੋਸਾ ਉੱਠ ਜਾਂਦਾ ਹੈ। ਦੁਬਾਰਾ ਉਹਨਾਂ ਦਾ ਭਰੋਸਾ, ਵਿਸ਼ਵਾਸ ਆਪ ਜੀ ਤੇ ਬਹੁਤ ਮੁਸ਼ਕਿਲ ਜਾ ਕੇ ਬਣਦਾ ਹੈ। ਸੰਗਤ ਜੀ ਇਹਨਾਂ ਨੂੰ ਪੁੱਛੋ, द्रौपदी ਦੀ कथा सुनो। पांचाली को राजसभा में, ਇਹਨਾਂ ਨੂੰ ਪੁੱਛੋ द्रौपदी ਦੀ कथा। पूतना ਉਹ ਵੀ ਇਸਤਰੀ ਸੀ, पूतना ਦੀ कथा ਪੁੱਛੋ, पूतना ਦੀ कथा ਸੁਣਾਓ ਇਹਨਾਂ ਨੂੰ। ਕਹੇ ਹਰ ਹਰ ਕਰਤ पूतना ਤਰੀ, ਆਹਾ ਹਰੀ ਦਾ ਨਾਮ ਲੈਂਦੇ ਲੈਂਦੇ पूतना ਪਾਰ ਉਤਾਰਾ ਹੋਇਆ, पूतना ਦਾ ਉਦਾਰ ਹੋਇਆ। पूतना भी इस्त्री सी ना, पूतना भी एक इस्त्री सी, ਉਹਦਾ ਪਾਰ ਉਤਾਰਾ भी ਇਸੇ ਹਰੀ ਨੇ, ਇਸੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ, ਜਿਸ ਨੂੰ ਇਹ ਗੁੰਡਾ ਜੀ ਕਹਿ ਰਹੇ ਨੇ, ਉਸੇ ਨੇ ਕੀਤਾ ਸੀ। ਹਰ ਹਰ ਕਰਤ पूतना ਤਰੀ, ਬਾਲ ਘਾਤਨੀ ਕਪਟਹਿ ਪਰੀ। ਆਹ ਹਰੀ ਨੇ ਉਹਦਾ ਪਾਰ ਉਤਾਰਾ ਕੀਤਾ पूतना ਦਾ, ਉਹ ਵੀ ਇਸਤਰੀ ਸੀ। ਕੁਬਜਾ ਦੀ ਸਾਖੀ ਪੁੱਛੋ ਇਹਨਾਂ ਨੂੰ। ਕੁਬਜਾ ਉਹ ਵੀ ਇਸਤਰੀ ਸੀ। ਕੁਬਜਾ ਦਾ ਪਾਰ ਉਤਾਰਾ, ਉਹਦਾ ਉਦਾਰ ਕਿਸਨੇ ਕੀਤਾ ਸੀ, ਇਹਦੀ ਕਥਾ ਵੀ ਇਹਨਾਂ ਤੋਂ ਪੁੱਛੋ ਇਹਨਾਂ ਨੂੰ ਕਿ ਕੁਬਜਾ ਦੀ ਕਥਾ ਸਾਨੂੰ ਸੁਣਾਓ ਬਾਬਾ ਜੀ ਬਾਣੀ ਦੇ ਵਿੱਚੋਂ। ਉਹ ਵੀ ਇਸਤਰੀ ਸੀ, ਉਹਦਾ ਪਾਰ ਉਤਾਰਾ ਵੀ ਇਸੇ ਗੁੰਡੇ ਨੇ, ਇਸੇ ਹਰੀ ਨੇ ਕੀਤਾ ਸੀ। ਇਹ ਵੀ ਇਤਿਹਾਸ ਤੇ ਬਾਣੀ ਦੇ ਅਨੁਸਾਰ ਪ੍ਰਮਾਣਿਤ ਹੈ। ਮਨ ਘੜਤ ਨਹੀਂ ਹੈਗਾ ਬਾਬਾ ਜੀ। ਇਹ ਜਿਹੜੀਆਂ ਦਾਸ ਜਿਹੜੇ ਭਗਤਾਂ ਦੇ ਨਾਮ ਆਪ ਜੀ ਨੂੰ ਦੱਸ ਰਿਹਾ ਹੈ, ਇਹ ਮਨ ਘੜਤ ਨਹੀਂ ਹੈਗੀਆਂ ਗੱਲਾਂ। ਆਪ ਜੀ ਦੀ ਤਰ੍ਹਾਂ ਮਨ ਘੜਤ ਨਹੀਂ ਹੈਗੀਆਂ, ਮੇਰੇ ਮਨ ਦੀ ਉਪਜ ਨਹੀਂ। ਇਤਿਹਾਸ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਨੁਸਾਰ ਪ੍ਰਮਾਣਿਤ ਹਨ, ਪ੍ਰਮਾਣਿਤ ਸੱਚ। ਆਪ ਜੀ ਦਾ ਸਾਰਾ ਵਿਚਾਰ ਝੂਠ ਦਾ ਵਿਚਾਰ, ਕਾਲਪਨਿਕ ਮਿੱਥਿਆ ਝੂਠਾ ਵਿਚਾਰ ਆਪ ਜੀ ਦਾ। ਹੁਣ ਆਪ ਜੀ ਨੂੰ ਸੰਗਤ ਅੱਗੇ ਬੇਨਤੀ ਹੈ ਵੀ ਆਪ ਜੀ ਸਾਰੇ ਇਹਨਾਂ ਬਾਬਾ ਜੀ ਨੂੰ
ਪਹਿਲੇ ਸਵਾਲ ਕਰੋ ਵੀ ਜਿੰਨੇ ਆਪਨੇ ਗਾਲਾਂ ਦਿੱਤੀਆਂ ਉਹ ਗਾਲਾਂ ਦੱਸੋ ਬਾਣੀ 'ਚ ਕਿੱਥੇ ਉਚਾਰਨ ਹੋਈਆਂ। ਪਹਿਲਾ ਸਵਾਲ ਇਹ। ਦੂਜਾ ਸਵਾਲ ਉਹਦੇ ਵਿੱਚੋਂ ਕਈ ਬਣਾ ਸਕਦੇ ਆ। ਇਹਨਾਂ ਨੇ ਜੋ ਸਾਖੀ ਸੁਣਾਈ ਹੈ ਨਾ, ਉਹਦੇ ਵਿੱਚੋਂ ਆਪਾਂ ਕਈ ਸਵਾਲ ਪੈਦਾ ਕਰ ਸਕਦੇ ਹਾਂ। ਦਾਸ ਅਨੇਕ ਸਵਾਲ ਪੈਦਾ ਕਰ ਸਕਦਾ ਉਹਦੇ ਵਿੱਚੋਂ, ਪਰ ਇੱਕੋ ਹੀ ਪੁੱਛ ਲਓ ਸਾਰਾ। ਉਹਨੂੰ ਕਹੇ ਵੀ ਜਿਹੜੇ ਤੁਸੀਂ ਯਾਰ ਜਿੰਨੀਆਂ ਗਾਲਾਂ ਦਿੱਤੀਆਂ ਨੇ, ਇਹ ਸਾਰੀਆਂ ਗਾਲਾਂ ਗੁਰਬਾਣੀ ਦੇ ਵਿੱਚ ਕਿੱਥੇ ਉਚਾਰਨ ਹੋਈਆਂ ਨੇ। ਸਾਨੂੰ ਇੱਕ ਤਾਂ ਸਭ ਤੋਂ ਪਹਿਲਾਂ ਉਹ ਪੇਜ ਅੰਗ ਦੱਸੋ ਬਾਣੀ ਦਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਅੰਗ ਨੰਬਰ ਦੱਸੋ, ਅਸੀਂ ਪੜ੍ਹਦੇ ਹਾਂ। ਇੱਥੇ ਝੂਠ ਇਹ ਸਭ ਤੋਂ ਪਹਿਲਾਂ ਉਹਨਾਂ ਦਾ। ਦੂਜਾ ਝੂਠ ਉਹਨਾਂ ਨੂੰ ਕਹੋ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਨੁਸਾਰ ਤੇ ਇਤਿਹਾਸ ਦੇ ਅਨੁਸਾਰ ਇਹ ਦੱਸੋ, ਦ੍ਰੋਪਦੀ ਦੀ ਇੱਜ਼ਤ ਕਿਸ ਨੇ ਬਚਾਈ ਸੀ। ਦ੍ਰੋਪਦੀ ਵੀ ਤਾਂ ਇੱਕ ਇਸਤਰੀ ਸੀ ਨਾ, ਉਹਦੀ ਲਾਜ, ਉਹਦੀ ਇੱਜ਼ਤ ਕਿਸ ਨੇ ਬਚਾਈ ਸੀ ਬਾਬਾ ਜੀ, ਇਹ ਦੱਸੋ। ਦੂਜਾ। ਤੀਜਾ ਇਹਨਾਂ ਨੂੰ ਇਹ ਪੁੱਛੋ ਵੀ ਕੁਬਜਾ ਦਾ ਪਾਰ ਉਤਾਰਾ, ਕੁਬਜਾ ਦਾ ਉਧਾਰ ਕਿਸ ਨੇ ਕੀਤਾ ਸੀ, ਉਹ ਵੀ ਇੱਕ ਇਸਤਰੀ ਸੀ। ਚੌਥਾ ਇਹਨਾਂ ਨੂੰ ਪੁੱਛੋ ਪੂਤਨਾ, ਉਹ ਵੀ ਇੱਕ ਇਸਤਰੀ ਸੀ, ਪੂਤਨਾ ਦਾ ਪਾਰ ਉਤਾਰਾ ਕਿਸ ਨੇ ਕੀਤਾ ਸੀ, ਪੂਤਨਾ ਦਾ ਉਧਾਰ ਕਿਵੇਂ ਹੋਇਆ ਸੀ, ਉਹਦੀ ਕੀ ਸਾਖੀ, ਉਹਦਾ ਕੀ ਇਤਿਹਾਸ, ਉਹਦੀ ਕੀ ਕਥਾ ਹੈ। ਸਾਰੀ ਸੰਪੂਰਨ ਕਥਾ ਸੰਖੇਪ ਦੇ ਨਾਲ ਸਾਨੂੰ ਇਹਨਾਂ ਦੀ ਕਥਾ ਸੁਣਾਓ। ਦ੍ਰੋਪਦੀ ਕੌਣ ਸੀ, ਉਹਦਾ ਕੀ ਇਤਿਹਾਸ ਸੀ, ਕੁਬਜਾ ਕੌਣ ਸੀ, ਉਹਦਾ ਕੀ ਇਤਿਹਾਸ ਸੀ, ਪੂਤਨਾ ਕੌਣ ਸੀ, ਉਹਦਾ ਕੀ ਇਤਿਹਾਸ ਸੀ। ਸਾਰੀ ਸੰਖੇਪ ਦੇ ਨਾਲ ਸਾਨੂੰ ਕਥਾ ਸੁਣਾਓ। ਤੁਹਾਨੂੰ ਕਦੇ ਨਹੀਂ ਸੁਣਾਣਗੇ ਸੰਖੇਪ ਦੇ ਨਾਲ ਕਥਾ, ਕਦੇ ਨਹੀਂ ਸੁਣਾਣਗੇ, ਕਿਉਂਕਿ ਇਹਨਾਂ ਨੂੰ ਪਤਾ ਹੈ ਦੁਆਪਰ ਯੁੱਗ ਦੇ ਵਿੱਚ ਜਦੋਂ ਹਰੀ ਜੀ ਆਏ ਸੀ, ਕਿਉਂਕਿ ਹਰੀ ਹਰੇਕ ਯੁੱਗ ਦੇ ਵਿੱਚ ਆਏ ਹਨ, ਇਹ ਬਾਣੀ ਤੋਂ ਪ੍ਰਮਾਣਿਤ ਹੈ। ਦਾਸ ਆਪ ਜੀ ਨੂੰ ਅੱਗੇ ਇਹਦਾ ਖੁਲਾਸਾ ਹੋਰ ਅੱਗੇ ਅਗਲੀਆਂ ਵਿਚਾਰ ਦੇ ਵਿੱਚ ਕਰੇਗਾ। ਹਰੀ ਜਿਹੜਾ ਹੈ, ਹਰ ਜੀ ਜਿਹੜੇ ਹਨ ਹਰੇਕ ਯੁੱਗ ਦੇ ਵਿੱਚ ਆਏ ਹਨ, ਪਰ ਆਪਣੇ ਪੰਥ ਦੇ ਇਸ ਤਰ੍ਹਾਂ ਦੇ ਹੀ ਕਥਾਵਾਚਕ ਵਿਦਵਾਨ ਪਤਾ ਕੀ ਕਹਿੰਦੇ ਨੇ, ਕਦੇ ਵੀ ਨਹੀਂ ਆਇਆ। ਨਾਰਾਇਣ ਨਾਰਾਇਣ, ਕਦੇ ਵੀ ਨਹੀਂ ਆਇਆ। ਉਹ ਆਪ ਜੀ ਨੂੰ ਅੱਗੇ ਵਿਚਾਰ ਆਪਾਂ ਇਹਦੇ ਬਾਰੇ ਕਰਾਂਗੇ। ਪਹਿਲਾਂ ਹੁਣ ਸਭ ਤੋਂ ਪਹਿਲਾਂ ਇਹਨਾਂ ਕਥਾਵਾਚਕ ਜੀਆਂ ਨੂੰ ਇਹ 4 ਸਵਾਲ ਪੁੱਛੋ ਵੀ ਉਹ 4 ਭਗਤਾਂ ਦੀ ਕਥਾ ਇਹਨਾਂ ਨੂੰ ਪੁੱਛੋ ਵੀ 4 ਜਿਹੜੇ ਸਵਾਲ ਨੇ। ਇੱਕ ਤਾਂ ਸਭ ਤੋਂ ਪਹਿਲਾਂ ਬਾਣੀ 'ਚ ਇਹ ਜਿਹੜੀਆਂ ਗਾਲਾਂ ਦਿੱਤੀਆਂ ਨੇ, ਇਤਨੇ ਅਪਸ਼ਬਦ ਹਰ ਜੀ ਨੂੰ ਕਹੇ ਨੇ, ਇਹ ਕਿੱਥੇ ਲਿਖੇ ਹੋਏ ਨੇ। ਦੂਜਾ ਦ੍ਰੋਪਦੀ ਦੀ ਕਥਾ ਸੁਣਾਓ। ਤੀਜਾ ਪੂਤਨਾ ਦੀ ਕਥਾ ਸੁਣਾਓ। ਚੌਥਾ ਕੁਬਜਾ ਦੀ ਕਥਾ ਸੁਣਾਓ। ਦਾਸ ਲਵੇ ਕਹਿਣ ਨੂੰ ਹੋਰ ਵੀ ਬਹੁਤ ਕੁਛ ਹੈ। ਇਹਨਾਂ ਦਾ ਝੂਠ ਸਾਬਿਤ ਕਰਨ ਵਾਸਤੇ ਦਾਸ ਲਵੇ ਬਹੁਤ ਅਨੇਕ ਪ੍ਰਮਾਣ ਹਨ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਇਤਿਹਾਸ ਦੇ ਅਨੇਕ ਪ੍ਰਮਾਣ ਨੇ। ਸੋ ਕਿਰਪਾ ਕਰਕੇ ਆਪ ਜੀ ਪਹਿਲਾਂ ਇਹ 4 ਸਵਾਲਾਂ ਦੇ ਇਹਨਾਂ ਤੋਂ ਜਵਾਬ ਲੈ ਲਓ। ਆਪਣੇ ਆਪ ਜੀ ਨੂੰ ਪਤਾ ਲੱਗ ਜਾਏਗਾ ਵੀ ਕਿਸ ਤਰ੍ਹਾਂ ਪੰਥ ਦੇ ਵਿੱਚ ਝੂਠਾ ਮਨ ਘੜਤ ਪ੍ਰਚਾਰ ਹੋ ਰਿਹਾ। ਪ੍ਰਚਾਰ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ ਕੋਈ ਸੰਬੰਧ ਨਹੀਂ ਹੈਗਾ। ਉਹ ਆਪਦੇ ਉਹਨਾਂ ਕਥਾਵਾਚਕਾਂ ਦੀ ਆਪਦੇ ਮਨ ਦੀ ਉਪਜ ਹੈ, ਉਹਨਾਂ ਦੇ ਆਪਣੇ ਮਨ ਦੀ ਉਪਜ ਹੈ। ਵੀ ਜਿਸ ਤਰ੍ਹਾਂ ਮੇਰਾ ਹੁਣ ਜਿੱਦਾਂ ਦਾ ਸੁਭਾਅ ਹੈ, ਮੈਂ ਆਪਦੇ ਮਨ ਚੋਂ ਗੱਲਾਂ ਘੜ ਘੜ ਕੇ ਮਨ ਘੜਤ, ਜਿਹੜੀ ਮਨ ਨੇ ਘੜਤੀਆਂ ਗੱਲਾਂ ਆਪਦੇ ਕੋਲੋਂ ਘੜ ਲੀਆਂ। ਜਿਹੜੀ ਮਨ ਨੇ ਘੜਤੀਆਂ ਗੱਲਾਂ, ਉਹ ਗੱਲਾਂ ਉਹਨਾਂ ਨੇ ਸੁਣਾਈਆਂ ਆਪ ਜੀ ਨੂੰ। ਬਾਣੀ 'ਚੋਂ ਇਹ ਪ੍ਰਮਾਣਿਤ ਨਹੀਂ ਹੈਗਾ। ਸੋ ਇਸ ਕਰਕੇ ਆਪ ਜੀ ਸਾਰੀ ਸੰਗਤ ਦੇ ਚਰਨਾਂ ਦੇ ਵਿੱਚ ਦਾਸ ਦੀ ਬੇਨਤੀ ਹੈ। ਹੋਰ ਵੀ ਅਨੇਕ ਝੂਠ ਦਾ ਪ੍ਰਚਾਰ ਜਿਹੜਾ ਪੰਥ ਦੇ ਵਿੱਚ ਹਰੀ ਦਾ ਜਿਹੜਾ ਝੂਠ ਦਾ ਪ੍ਰਚਾਰ ਹੋ ਰਿਹਾ ਹੈ, ਉਹਦੇ ਦਾਸ ਅਜੇ ਹੋਰ ਅਨੇਕ ਪ੍ਰਮਾਣ ਆਪ ਜੀ ਨੂੰ ਹੋਰ ਕਥਾਵਾਚਕਾਂ ਬਾਰੇ ਵੀ ਰੱਖੇਗਾ। ਸ਼ਬਦਾਂ ਦੇ ਵਿੱਚ ਕੋਈ ਵੀ ਭੁੱਲ ਚੁੱਕ ਦੀ ਖਿਮਾ, ਕੋਈ ਐਸਾ ਸ਼ਬਦ ਜਿਹੜਾ ਕਿ ਆਪ ਜੀ ਦੇ ਕੋਈ ਹਿਰਦੇ ਨੂੰ ਕੋਈ ਉਹ ਹੋਵੇ, ਉਹਦੇ ਬਾਰੇ ਦਾਸ ਨੂੰ क्षमा ਕਰਨਾ, ਅਗਿਆਨੀ ਜਾਣ ਕੇ ਮਾਫ ਕਰ ਦੇਣਾ। ਦੂਰੋਂ ਦੇਖ ਡੰਡੋਤ ਕਰ, ਛੱਡ ਸਿੰਘਾਸਨ
बोलो कृपा करो। छड़ सिंहासन हर जी आए, हरि जी आए, भगवान श्री कृष्ण जी आए, और ये अज्ञानी कथावाचक जियां दे गुंडा जी आए। नारायण 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 नारायण।